ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਦੇ ਦਰ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਦਿਆਂ ਸਮਝਾਉਂਦੇ ਨੇ ਕਿ ਜੋ ਬੰਦੇ ਆਪਣੇ ਜੀਵਨ ਦੇ ਵਿੱਚ ਚੀਜ਼ਾਂ ਦੇ ਆਸਰੇ ਜੀਵਨ ਜਿਉਂਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਨਹੀਂ ਆਉਂਦਾ, ਕਿਉਂਕਿ ਚੀਜ਼ਾਂ ਹਮੇਸ਼ਾ ਸਥਿਰ ਨਹੀਂ ਹੁੰਦੀਆਂ। ਅੱਜ ਕੋਈ ਚੀਜ਼ ਸਾਡੇ ਕੋਲ ਹੈ, ਅਗਲੇ ਪਲ ਦਾ ਜਾਂ ਕੱਲ ਦਾ ਕੀ ਭਰੋਸਾ ਹੈ ਕਿ ਕੱਲ ਨੂੰ ਉਹ ਸਾਡੇ ਕੋਲ ਹੋਵੇਗੀ ਹੀ। ਅੱਜ ਕਿਸੇ ਰੁਤਬੇ ਦੇ ਉੱਤੇ ਹਾਂ, ਕਿਸੇ ਅਹੁਦੇ ਤੇ ਬੈਠ ਕੇ ਅਹੁਦੇਦਾਰ ਹੋਏ ਹਾਂ, ਕੱਲ ਨੂੰ ਉਸ ਅਹੁਦੇ ਤੋਂ ਲੱਥਣਾ ਹੀ ਹੈ। ਹਰ ਬੰਦੇ ਨੇ ਹਰ ਰੁਤਬੇ ਤੋਂ, ਹਰ ਪੋਜੀਸ਼ਨ ਤੋਂ, ਅਹੁਦੇ ਤੋਂ ਇੱਕ ਦਿਨ ਉਤਰਨਾ ਹੀ ਹੈ। ਦੁਨੀਆ ਉਸ ਨੂੰ ਉਤਾਰ ਦੇਵੇ, ਜੇ ਨਹੀਂ ਤਾਂ ਮੌਤ ਉਤਾਰ ਦੇਵੇਗੀ। ਆਪਣੇ ਆਪ ਉਤਰ ਜਾਵੇ, ਉਹਦਾ ਕਾਰਜਕਾਲ ਪੂਰਾ ਹੋ ਜਾਵੇ ਤਾਂ ਉਤਰ ਜਾਏਗਾ, ਲੋਕ ਉਸ ਨੂੰ ਉਤਾਰ ਦੇਣਗੇ। ਤੇ ਕਿਸੇ ਨੇ ਨਾ ਉਤਾਰਿਆ ਤਾਂ ਮੌਤ ਨੇ ਉਤਾਰ ਦੇਣਾ ਹੈ। ਇਸ ਲਈ ਕਿਸੇ ਵੀ ਰੁਤਬੇ, ਕਿਸੇ ਵੀ ਅਹੁਦੇ ਤੇ, ਕਿਸੇ ਵੀ ਪੋਜੀਸ਼ਨ ਤੇ ਕੋਈ ਵੀ ਬੰਦਾ ਹਮੇਸ਼ਾ ਨਹੀਂ ਰਹਿੰਦਾ। ਇਸ ਲਈ ਸਤਿਗੁਰੂ ਕਹਿੰਦੇ ਜਿਹੜਾ ਵੀ ਬੰਦਾ ਚੀਜ਼ਾਂ ਦੇ ਆਸਰੇ ਰਹਿੰਦਾ ਹੈ, ਉਹ ਬੰਦਾ ਬਹੁਤਾ ਸੁਖੀ ਨਹੀਂ ਹੋ ਸਕਦਾ, ਕਿਉਂਕਿ ਅੱਜ ਅਹੁਦੇ ਦਾ ਸੁੱਖ ਹੈ, ਕੱਲ ਨੂੰ ਇਹ ਅਹੁਦਾ ਨਹੀਂ ਰਹੇਗਾ। ਅੱਜ ਕੋਈ ਬੰਦਾ ਮੰਤਰੀ ਹੈ, ਕੱਲ ਨੂੰ ਉਹਦਾ ਮੰਤਰੀ ਪਦ ਚਲਿਆ ਜਾਂਦਾ ਹੈ, ਉਹ ਹਾਰ ਜਾਂਦਾ ਹੈ, ਉਹਦੀ ਥਾਂ ਕੋਈ ਹੋਰ ਉਸੇ ਪਦ ਤੇ, ਉਸੇ ਅਹੁਦੇ ਤੇ ਆ ਬਹਿੰਦਾ ਹੈ, ਤਾਂ ਲੋਕ ਉਸ ਨੂੰ ਸਲਾਮ ਨਹੀਂ ਕਰਦੇ। ਜਿਹੜਾ ਨਵਾਂ ਆਦਮੀ ਆ ਬੈਠਦਾ ਹੈ, ਉਸ ਨੂੰ ਸਲਾਮ ਕਰਦੇ ਨੇ। ਉਹਦੀ ਸਾਰੀ ਸਿਕਿਉਰਿਟੀ ਨਵੇਂ ਆਦਮੀ ਨੂੰ ਮਿਲ ਜਾਂਦੀ ਹੈ। ਇਸ ਲਈ ਜਦੋਂ ਤੱਕ ਅਹੁਦਾ ਸੀ, ਉਦੋਂ ਤੱਕ ਹੀ ਉਹ ਆਦਮੀ ਉਹਦੀ ਪੁੱਛ-ਗਿੱਛ ਸੀ। ਇਸ ਲਈ ਇਹ ਕਹਿਣਾ ਕਿ ਬੰਦਾ ਵੱਡਾ ਸੀ, ਨਹੀਂ, ਅਸਲ ਵਿੱਚ ਅਹੁਦਾ ਵੱਡਾ ਸੀ। ਉਸ ਅਹੁਦੇ ਤੇ ਬਹਿ ਕੇ ਬੰਦਾ ਵੱਡਾ ਹੋਇਆ। ਲੋਕ ਬੰਦੇ ਤੋਂ ਨਹੀਂ ਸੀ ਡਰਦੇ, ਲੋਕ ਉਸ ਅਹੁਦੇ ਤੇ ਬੈਠੇ ਹੋਏ ਆਦਮੀ ਤੋਂ ਡਰਦੇ ਸਨ, ਉਸ ਰੁਤਬੇ ਤੋਂ ਡਰਦੇ ਸਨ। ਉਹ ਰੁਤਬਾ ਚਲਾ ਗਿਆ, ਇਸ ਲਈ ਮਨ ਦਾ ਡਰ ਵੀ ਚਲਾ ਗਿਆ ਕਿ ਹੁਣ ਇਹ ਸਾਡਾ ਕੀ ਵਿਗਾੜ ਲਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਚੀਜ਼ਾਂ ਦੇ ਆਸਰੇ ਰਹਿਣ ਵਾਲੇ ਲੋਕ ਸੁਖੀ ਨਹੀਂ ਹੁੰਦੇ। ਪਦਾਰਥਾਂ ਦੇ ਆਸਰੇ ਜੀਵਨ ਜੀਣ ਵਾਲੇ ਲੋਕਾਂ ਦੇ ਜੀਵਨ ਵਿੱਚ ਸੁੱਖ ਨਹੀਂ ਆਉਂਦਾ, ਕਿਉਂਕਿ ਪਦਾਰਥ ਮਿਲਣਗੇ ਤਾਂ ਉਹ ਸੁਖੀ ਹੋਣਗੇ। ਜਿਵੇਂ ਬੰਦਾ ਮੰਨ ਕੇ ਬਹਿ ਜਾਂਦਾ ਨਾ ਕਿ ਫਲਾਣੀ ਚੀਜ਼ ਮਿਲੇਗੀ ਨਾ ਤਾਂ ਮੈਨੂੰ ਤਾਂ ਸਕੂਨ ਆਉਣਾ ਹੈ,
मैनू आईफोन 12 मिलेगा ना तां मैनू सकून आना है। हुण ना वो मिले तो ना सकून आवे। जदों तक मैं अमरीका नहीं ना पहुँच जाता मैनू चैन नहीं आना, मैं चैन नाल नहीं बह सकदा। हुण ना अमरीका पहुँचे तो ना चैन आवे, तो इस गल की भी कोई गारंटी नहीं है कि उत्थे पहुँच के भी चैन आ जाएगा। उत्थे तां ये देखा गया है कि बहुते लोगों के चैन गवाचे हुए ने उत्थे। इसलिए जदों असीं अपने सुख नूं, अपनी शांति नूं, अपने मन के चैन नूं किसी चीज़ नाल जोड़ लेंदे हां तां फिर सानूं कदे सुख नहीं मिलता, कदे मन का चैन नहीं मिलता। क्योंकि असीं चीज़ नाल जोड़ लिया खुद नूं कि फलानी चीज़ मिलेगी तो सुखी होवांगे, पैसा मिलेगा तो सुखी होवांगे, ओहो जिहा घर मिलेगा जिहो जिहा मैं देखिया सी किसी का घर, ओहो जिहा मेरा होवेगा तो सुख मिलेगा। इसलिए असी कंडीशन ला ली अपने सुख दे नाल। अज भी बहुत सारे लोगों ने कंडीशनां लाइयां होणगियां कि इस नवे साल दे विच मैनूं आ चीज़ मिले तो मज़ा आ जाए, मैनूं फलानी चीज़ हासिल हो जाए तां गल बने, नवे साल विच मेरे नाल कुछ नवां वापरे तां मैं सुखी होऊं। इस तो पहलां भी पता नहीं किन्ने क सालां दे विच असीं ऐसियां आसां ला के जिउंदे रहे आ, ऐसे कई साल लंघा दिते पर कुछ बहुता फर्क नहीं पिया। क्योंकि चीज़ां ते साडे कोल आउंदियां जांदियां रहिंदियां, उन्हां चीज़ां नूं वरतण वाले असीं ओही रहिंदे आ। हर मोबाइल का नवा वर्जन आ जाता है हर साल कुछ महीनों बाद, हर एप्लीकेशन का जिहड़ी साडे फोन दे विच है थोड़े दिनों बाद उहदा अपडेट आ जाता है कि इहनूं अपडेट करो, इहदे विच कुछ नवा आ गया। पर अफसोस की गल है कि बंदे दे विच कोई अपडेट नहीं हुंदा, ये पुराने दा पुराना ही रहिंदा है। ये जिहो जिहा अज तो 10 साल 20 साल पहला सी, ये हुण भी उही पुराना वर्जन ही है, इहदे विच कुछ भी नवां नहीं। उही पुरानी सोच, उही पुरानियां विचारां, उही झगड़े, उही झमेले, उही सारा कुछ, नवां कुछ भी नहीं। पुराने नूं छड्डण लई तैयार नहीं ते नवां धारण नहीं करना चाहुंदा। मैं एक गल सुनी है कि कोई चर्च बहुत पुरानी हो गई सी, तां उहदा ट्रस्ट इकट्ठा होया, जो चर्च का ट्रस्ट सी वो इकट्ठी हुई ट्रस्ट, मीटिंग हो रही है, सारे चेयरपर्सन बैठे ने, गल्लां चल रही हैं कि ये चर्च जिहड़ी है ना ये ढह जाएगी क्योंकि बहुत पुरानी है, इहदा कोई ना कोई हल किया जाए। एक ने सलाह दी कि आपां इस चर्च नूं इवें दा इवें रखीए, इहदे नाल जगह लैके हूबहू ऐसी ही चर्च बना लीए। सब ने कहा बड़ी चंगी गल है, ऐसा करना चाहिए। दूसरे ने कहा नहीं, सानू उसे थां जिस थां ये चर्च सी जां है उसे जगह नवी चर्च खड़ी करनी चाहिए है। उन्होंने कहा गल तां ये भी ठीक है कि नवी जगह ते पैसा क्यों खर्चना, क्योंकि नवी जगह खरीदनी किहड़ा सौखी है अज दे समय विच। इसलिए फिर एक सलाह हो आई कि इसे जगह ते चर्च बनाओ, एदियां ही इट्टां एदियां ही चीज़ां नूं वरत के इत्थे चर्च खड़ी कर लो। उन्होंने कहा हाँ गल भी ठीक है कि उहदे नाल पैसे बचणगे। फिर एक होर आदमी बोलिया, वो कहंदा कि इसे थां ते चर्च बनाओ, यही समान वरतो, पर जद तक ये ढह ना जावे तद तक कुछ भी ना करो। हुण सब दे वक्खो वखरे मशवरे ने, वक्खो वखरियां सलाहां ने,
दूसरे ने कहा कि चर्च बननी भी इत्थे चाहिदी है, चर्च का समान भी यही वरत लिया जाए, जो इट्टां ने पुरानियां, जो गाडर ने, जो भी इत्थे है उसे नूं वरत्या जाए। पर जद तक पुरानी ढहे ना, नवी बनाओ ना। हुण सारे दुविधा दे विच ने कि करिए की, क्योंकि कोई भी सलाह हर चीज़ नूं कही जा रहे, हाँ ये भी ठीक है, जिहड़ी सलाह सुनते हैं उसे नूं कह दिंदे ने हाँ जी ठीक है, ये भी ठीक है, फलानी गल भी ठीक है, ये भी ठीक है। हुण उन्हां दी दुविधा यह है कि वो बनाउणा उसे थां चाहुंदे ने जिस थां चर्च है, पर पहली नूं ढाउणा भी नहीं चाहुंदे। कि बनाउणा चाहुंदे ने पर पुरानी नूं ढाउणा नहीं चाहुंदे। साडी हालत बिल्कुल ऐसी है कि असीं चाहुंदे बहुत कुछ हाँ कि नवा मिले, नवा घर, नवीं चीज़ां, नवीं कार, नवा फोन, नवी गड्डी, नवीं होर सुख सहूलतां, पर अपने आप नूं बिल्कुल भी नवा नहीं करना चाहुंदे। आप उही पुराने दे पुराने। जद तक अपने आप नूं ढावांगे नहीं, उदों तक नवें नूं नहीं पैदा कर सकांगे। इसलिए ये माया दे आसरे, पदार्थां दे आसरे ये सुख नहीं दिंदे। जिहड़ा इन्हां दे आसरे रहिंदा है वो कदे सुखी नहीं हुंदा, वो कदे सुखी नहीं हुंदा। इसलिए वड्डे वड्डे लोग अक्सर दुखी देखे जाते हैं। बेशक उन्हां कोल चीज़ां बहुत ने, पैसा बहुत है, साडे नालों वधिया घर है, साडे नालों वधिया गड्डियां रखियां होईयां ने, बड़ा बिजनेस है, बड़ा कारोबार है, पर सुख नहीं है। क्योंकि वो सुख पदार्थ विचों लभदे ने ते पदार्थ विच सुख है नहीं, चीज़ां विच सुख है नहीं। सतगुरु कहंदे सुख है उस वाहिगुरू दे आसरे, उस परमेश्वर दे आसरे। जिन्हां ने उस वाहिगुरू दा आसरा लिया, सतगुरु कहंदे ओ बंदे सुखी होए। उन्हां दे जीवन विच बड़ा आनंद है, कोल कुछ भी नहीं, पर फिर भी बड़ा सुकून है, फिर भी बड़ा आनंद है। अजकल साडी जिंदगी बड़ी एडवांस है, साडे कोल बड़ियां सुख सहूलतां ने, बड़ी जल्दी जल्दी साडे काम हो जांदे ने, बड़ी तेजी है साडे जीवन दे विच, पर फिर भी सानू शांति नहीं है। मैं सुनिया है कि जदों पहला पहल अमेरिका दे विच रेल लाइन होंद विच आई, तां उन्हां जमानिਆਂ ਵਿੱਚ रैड इंडियन का जमाना सी। रैड इंडियन मतलब अमेरिका के मूल निवासी, आदिवासी कह लो, उत्थों के मूल निवासी, उन्होंने रैड इंडियन कहते हैं। उन्होंने रेल लाइन विछाई, रेलवे शुरू होया, उहदे उद्घाटन ते एक मंत्री पहुंचा, उहदा उद्घाटन हो रहा है, मंत्री पहुंचे है, बहुत सारे लोग बैठे ने, तो वह मंत्री भाषण दिंदा है। वो भाषण दिंदा है, वो लोगों को संबोधन करके कहता है कि जिहड़ा काम करन नूं तुहानूं कई दिन लगदे सी, वो तुहाडा काम हुण कुछ घंटिਆਂ विच हो जाया करेगा। तुसीं इत्थों, तुसीं सैक्रामेंटो तो तुसीं एलए नूं जांदे हो, डलेनो नूं जांदे हो, स्टॉकटन नूं जांदे हो, तो तुहानूं कितना टाइम लगदा है? वो कहंदे जी तुर के जाने आ, सवेरे जाने आ ते शाम नूं पहुंचदे आ, बड़ा टाइम लग जांदा है। तां उस मंत्री ने कहा फिर तुहाडे लई बहुत खुशी दी गल है कि हुण तुसीं इत्थों ट्रेन विच बैठोगे, इत्थों तुसीं सैक्रामेंटो तो बैठना जां यूबा सिटी तो बैठना, तुसीं कुछ ही घंटिਆਂ ਦੇ ਵਿੱਚ एलए पहुंच जाओगे।
ਕੁਝ ਹੀ ਸਮੇਂ ਵਿੱਚ ਤੁਸੀਂ ਤੇ ਤੁਹਾਡਾ ਉਹ ਕੰਮ ਤੁਹਾਨੂੰ ਇੱਕ ਦਿਨ ਜਾਣ ਨੂੰ ਲੱਗਦਾ ਸੀ, ਤੁਸੀਂ ਕੁਝ ਘੰਟਿਆਂ ਦੇ ਵਿੱਚ ਆਪਣਾ ਕੰਮ ਕਰਕੇ ਦੁਪਹਿਰ ਤੋਂ ਪਹਿਲਾਂ ਪਹਿਲਾਂ ਵਾਪਸ ਵੀ ਮੁੜ ਆਓਗੇ। ਤੁਹਾਡੇ ਲਈ ਕਿੱਡਾ ਵੱਡਾ ਤੋਹਫਾ ਅਸੀਂ ਲੈ ਕੇ ਆਏ ਹਾਂ। ਹੁਣ ਉਸ ਰੈੱਡ ਇੰਡੀਅਨ ਨੇ ਇੱਕ ਗੱਲ ਕਹੀ, ਉਸਨੇ ਕਿਹਾ ਮੰਤਰੀ ਸਾਹਿਬ ਕਿ ਇਹ ਤਾਂ ਠੀਕ ਹੈ ਕਿ ਤੁਸੀਂ ਟ੍ਰੇਨ ਲੈ ਆਏ, ਇਹ ਤਾਂ ਬੜੀ ਚੰਗੀ ਗੱਲ ਹੈ ਕਿ ਸਾਡਾ ਕੰਮ ਜਿਹੜਾ ਇੱਕ ਦਿਨ ਵਿੱਚ 2 ਦਿਨਾਂ ਵਿੱਚ ਹੁੰਦਾ ਸੀ ਉਹ ਕੁਝ ਘੰਟਿਆਂ ਵਿੱਚ ਹੋ ਜਾਏਗਾ, ਪਰ ਇਹ ਦੱਸੋ ਕਿ ਜਿਹੜਾ ਬਾਕੀ ਸਮਾਂ ਸਾਡੇ ਕੋਲ ਬਚੇਗਾ ਉਸ ਸਮੇਂ ਵਿੱਚ ਅਸੀਂ ਕੀ ਕਰਾਂਗੇ? ਜਿਹੜਾ ਕੰਮ ਕਰਨ ਨੂੰ ਸਾਨੂੰ ਇੱਕ ਦਿਨ ਪੂਰਾ ਲੱਗਦਾ ਹੈ, ਸਵੇਰ ਤੋਂ ਲੈ ਕੇ ਰਾਤ ਪੈ ਜਾਂਦੀ ਹੈ, ਉਹ ਕੰਮ ਸਾਡਾ ਹੁਣ 2 ਘੰਟਿਆਂ ਵਿੱਚ ਹੋ ਜਾਣਾ, ਤਾਂ ਫਿਰ ਬਾਕੀ ਟਾਈਮ ਵਿੱਚ ਅਸੀਂ ਕੀ ਕਰਾਂਗੇ? ਐਸੀ ਹਾਲਤ ਹੀ ਹੈ ਸਾਡੀ ਸਭ ਦੀ ਕਿ ਸਾਡੇ ਕੰਮਾਂ ਵਿੱਚ ਤੇਜ਼ੀ ਤਾਂ ਆ ਗਈ, ਸਾਡੇ ਕੰਮਾਂ ਵਿੱਚ ਬੜੀ ਤੇਜ਼ੀ ਆ ਗਈ। ਜੋ ਕੰਮ ਅਸੀਂ 2 ਦਿਨ ਵਿੱਚ ਕਰਦੇ ਸਾਂ ਉਹ ਹੁਣ ਕੁਝ ਮਿੰਟਾਂ ਵਿੱਚ ਕਰ ਲੈਂਦੇ ਹਾਂ, ਪਰ ਕੰਮਾਂ ਵਿੱਚ ਤੇਜ਼ੀ ਆ ਗਈ, ਅਸੀਂ ਉੱਥੇ ਦੇ ਸਲੋ ਡਾਊਨ ਉੱਥੇ ਹੀ ਆ ਜਿੱਥੇ ਪਹਿਲਾਂ ਸੀ। ਅਸੀਂ ਸਲੋ ਦੇ ਸਲੋ ਹੀ ਹਾਂ, ਹੌਲੀ ਦੇ ਹੌਲੀ ਹੀ ਹਾਂ। ਸਾਡੇ ਜੀਵਨ ਵਿੱਚ ਕੋਈ ਤੇਜ਼ੀ ਨਹੀਂ ਆਈ, ਕੰਮਾਂ ਵਿੱਚ ਤੇਜ਼ੀ ਆ ਗਈ ਹੈ, ਸਾਡੇ ਵਿੱਚ ਕੋਈ ਬਦਲਾਵ ਨਹੀਂ ਆਇਆ। ਸਤਿਗੁਰੂ ਕਹਿੰਦੇ ਜਿਹੜੇ ਲੋਕ ਮਾਇਆ ਦੇ ਆਸਰੇ ਰਹਿੰਦੇ ਨੇ, ਪਦਾਰਥਾਂ ਦੇ ਆਸਰੇ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਕੋਈ ਬਦਲਾਵ ਨਹੀਂ ਆਉਂਦਾ। ਹਾਂ, ਬਦਲਾਵ ਕੀ ਆਉਂਦਾ? ਚੀਜ਼ਾਂ ਅਪਡੇਟ ਹੁੰਦੀਆਂ ਰਹਿੰਦੀਆਂ। ਟੀਵੀ ਤੋਂ LED ਤੇ ਆ ਜਾਂਦੇ ਨੇ, LED ਤੋਂ ਹੋਮ ਥੀਏਟਰ ਤੇ ਆ ਜਾਂਦੇ ਨੇ, ਬਸ ਬਦਲਾਵ ਇਹ ਆਉਂਦਾ ਹੈ। ਬਦਲਾਵ ਇਹੀ ਆਉਂਦਾ ਹੈ ਕਿ ਕਾਨਿਆਂ ਦੀ ਛੱਤ ਤੋਂ ਗਾਡਰ ਆ ਜਾਂਦੇ ਨੇ, ਗਾਡਰਾਂ ਤੋਂ ਲੈਂਟਰ ਆ ਜਾਂਦਾ ਹੈ। ਬਦਲਾਵ ਇਹ ਆਉਂਦਾ ਹੈ, ਹੋਰ ਇਸ ਤੋਂ ਵੱਧ ਕੇ ਕੁਝ ਬਦਲਾਵ ਨਹੀਂ ਆਉਂਦਾ ਬੰਦੇ ਦੇ ਜੀਵਨ ਵਿੱਚ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦੇ ਆਸਰੇ ਆਪਣੇ ਆਪ ਨੂੰ ਛੱਡਿਆ, ਸਤਿਗੁਰੂ ਕਹਿੰਦੇ ਮੈਂ ਤਾਂ ਨਾਮ ਤੇਰਾ ਆਧਾਰ, हे ਸੱਚੇ ਪਾਤਸ਼ਾਹ ਮੈਨੂੰ ਤਾਂ ਸਿਰਫ ਤੇਰੇ ਨਾਮ ਦਾ ਆਸਰਾ ਹੈ, ਮੈਨੂੰ ਚੀਜ਼ਾਂ ਦਾ ਆਸਰਾ ਨਹੀਂ, ਕਿਉਂਕਿ ਚੀਜ਼ਾਂ ਤੇ ਅੱਜ ਭਲਕੇ ਟੁੱਟ ਜਾਣੀਆਂ, ਮਿਟ ਜਾਣੀਆਂ, ਖਤਮ ਹੋ ਜਾਣੀਆਂ। ਅਹੁਦਾ ਤੇ ਅੱਜ ਹੈ, ਕੱਲ ਨੂੰ ਪਤਾ ਨਹੀਂ ਮੈਨੂੰ ਲਾਹ ਦੇਣ ਜਾਂ ਕੱਲ ਨੂੰ ਇਹ ਅਹੁਦਾ ਜਾਂਦਾ ਰਹੇ, ਇਸ ਲਈ ਮੈਨੂੰ ਇਹਦਾ ਕੋਈ ਆਸਰਾ ਨਹੀਂ, ਮੈਨੂੰ ਸਿਰਫ ਤੇਰਾ ਆਸਰਾ ਹੈ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ, ਤੂੰ ਹੀ ਸਭ ਚੀਜ਼ਾਂ ਦੇਣ ਵਾਲਾ ਦਾਤਾ, ਤੂੰ ਹੀ ਸਭ ਕੁਝ ਕਰਨਹਾਰ ਕਰਤਾਰ, ਤੂੰ ਹੀ ਸਭ ਕੁਝ ਕਰਨਹਾਰ। ਤੇਰੇ ਤੋਂ ਬਿਨਾ ਕੌਣ ਹੈ? ਤੂੰ ਹੀ ਸਭ ਕੁਝ ਕਰਨਹਾਰ। हे ਸੱਚੇ ਪਾਤਸ਼ਾਹ ਤੇਰੇ ਇਸ ਸੰਸਾਰ ਦੇ ਵਿੱਚ ਕੋਈ ਭੀਖਕ ਭੀਖਿਆ ਖਾਏ, ਕੋਈ ਇੱਥੇ ਭਿਖਾਰੀ ਹੈ ਜਿਹੜਾ ਭੀਖ ਮੰਗ ਕੇ ਖਾ ਰਿਹਾ ਹੈ। ਇੱਥੇ ਬੜੇ ਲੋਕ ਨੇ ਜਿਹੜੇ ਭੀਖ ਮੰਗ ਕੇ ਹੀ ਖਾਂਦੇ ਨੇ। ਕਈਆਂ ਨੂੰ ਅਸੀਂ ਭਿਖਾਰੀ ਕਹਿੰਦੇ ਹਾਂ, ਪਰ ਕਈਆਂ ਨੂੰ ਅਸੀਂ ਭਿਖਾਰੀ ਨਹੀਂ ਕਹਿੰਦੇ। ਕਈਆਂ ਦਾ ਰੂਪ ਵੇਸ ਭਿਖਾਰੀਆਂ ਵਾਲਾ, ਉਹ ਸਾਡੇ ਦਰਵਾਜ਼ੇ ਤੇ ਖੜਾ ਮੰਗਦਾ, ਉਹ ਸਾਨੂੰ ਰੱਬ ਦੇ ਆਸਰੇ ਮੰਗਦਾ ਸਾਡੇ ਕੋਲੋਂ, ਰੱਬ ਦਾ ਵਾਸਤਾ ਦੇ ਕੇ। ਤੇ ਕੁਝ ਲੋਕ ਹੋਰ ਨੇ ਹੈਗੇ, ਉਹ ਵੀ ਭਿਖਾਰੀ ਨੇ, ਪਰ ਉਹਨਾਂ ਦਾ ਕੰਮ ਥੋੜਾ ਲੁਟੇਰਿਆਂ ਵਾਲਾ ਹੈ। ਉਹਨਾਂ ਦਾ ਮੰਗਣ ਦਾ ਢੰਗ ਥੋੜਾ ਹੋਰ ਹੈ, ਉਹਨਾਂ ਦਾ ਮੰਗਣ ਦਾ ਢੰਗ ਚੋਰਾਂ ਵਾਲਾ ਹੈ। ਜਿਵੇਂ ਚੋਰ ਡਰਾਉਂਦਾ ਹੈ ਨਾ, ਧਮਕਾਉਂਦਾ ਹੈ ਕਿ ਗੋਲੀ ਮਾਰ ਦਿਆਂਗਾ ਤੁਹਾਨੂੰ, ਮੈਂ ਕਤਲ ਕਰ ਦਿਆਂਗਾ, ਦੇ ਦਿਓ ਜੋ ਕੁਛ ਹੈ, ਤਾਂ ਬੰਦਾ ਡਰਦਾ ਮਾਰਾ ਦੇ ਦਿੰਦਾ ਹੈ। ਕੁਝ ਧਾਰਮਿਕ ਲੁਟੇਰੇ ਨੇ,
ਉਹ ਲੁੱਟਦੇ ਨੇ। ਉਹ ਕਹਿੰਦੇ ਨੇ ਜੇ ਨਹੀਂ ਦਾਨ ਕਰੋਗੇ ਨਾ ਤਾਂ ਨਰਕਾਂ ਵਿੱਚ ਸੜੋਗੇ। ਉਹ ਨਰਕ ਦਾ ਦਿਖਾਵਾ, ਨਰਕ ਦਾ ਡਰਾਵਾ ਦਿੰਦੇ ਨੇ ਕਿ ਅਗਾਂ ਨਰਕਾਂ ਵਿੱਚ ਸੜਨਾ ਪੈਣਾ, ਸਾਨੂੰ ਦਾਨ ਦੇਵੋ। ਬੰਦਾ ਡਰਦਾ ਦਾਨ ਦਿੰਦਾ ਹੈ। ਇੱਕ ਇਸ ਤਰ੍ਹਾਂ ਦੇ ਵੀ ਭਿਖਾਰੀ ਨੇ ਜਿਹੜੇ ਡਰਾ ਧਮਕਾ ਕੇ ਦਾਨ ਲੈ ਜਾਂਦੇ ਨੇ ਧੱਕੇ ਨਾਲ। ਇਸ ਲਈ ਕਈ ਵਾਰੀ ਤੁਸੀਂ ਦੇਖੋਗੇ ਕਿ ਕਈ ਵਾਰੀ ਐਸਾ ਬੰਦਾ ਆਉਂਦਾ ਹੈ ਤੁਹਾਡੇ ਦਰ ਤੇ, ਤੁਸੀਂ ਉਹਨੂੰ ਨਹੀਂ ਦਿੰਦੇ, ਉਹਨੂੰ ਕਹਿੰਦੇ ਆ ਕਿ ਭਾਈ ਅੱਗੇ ਲੰਘ ਜਾ, ਉਹ ਕੁਛ ਨਾ ਕੁਛ ਅਵਾ ਤਵਾ ਬੋਲਣ ਲੱਗ ਜਾਂਦਾ ਤੇ ਬੰਦਾ ਫਿਰ ਡਰਦਾ ਮਾਰਾ ਕਿ ਕਿਤੇ ਕੋਈ ਬਦਦੁਆ ਨਾ ਦੇ ਦੇਵੇ, ਇਸ ਲਈ ਚਲੋ ਦਾਨ ਦੇ ਦਿੰਦਾ ਡਰਦਾ ਹੋਇਆ। ਕੁਛ ਇਸ ਤਰ੍ਹਾਂ ਦੇ ਵੀ ਭਿਖਾਰੀ ਹੁੰਦੇ ਨੇ। ਸਤਿਗੁਰੂ ਕਹਿੰਦੇ ਕੋਈ ਭੀਖਕ ਭੀਖਿਆ ਖਾਏ, ਕੋਈ ਭਿਖਾਰੀ ਇੱਥੇ ਮੰਗ ਕੇ ਭਿਕਸ਼ਾ ਖਾ ਰਿਹਾ ਹੈ। ਕੋਈ ਰਾਜਾ ਰਿਹਾ ਸਮਾਏ ਤੇ ਕੋਈ ਇੱਥੇ ਰਾਜਾ ਹੈ ਜਿਹੜਾ ਰਾਜ ਭੋਗ ਰਿਹਾ, ਰਾਜਾ ਬਣ ਕੇ ਬੈਠਾ ਹੋਇਆ, ਆਪਣੇ ਆਪ ਨੂੰ ਰਾਜਾ ਜਾਣਦਾ ਹੈ। ਕਿਸ ਹੀ ਮਾਨ ਕਿਸੇ ਅਪਮਾਨ, ਕਿਸੇ ਨੂੰ ਮਾਣ ਮਿਲ ਰਿਹਾ ਹੈ, ਬੜਾ ਮਾਣ, ਬੜੀ ਵਡਿਆਈ ਮਿਲ ਰਹੀ ਹੈ, ਉਹਦੀ ਹਰ ਥਾਂ ਇੱਜ਼ਤ ਹੋ ਰਹੀ। ਉਹ ਜਿੱਥੇ ਵੀ ਜਾਂਦਾ ਹੈ ਲੋਕ ਉਹਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਉਂਦੇ ਨੇ। ਤੇ ਕੋਈ ਐਸਾ ਹੈ ਉਹਨੂੰ ਹਰ ਥਾਂ ਅਪਮਾਨ ਝੱਲਣਾ ਪੈ ਰਿਹਾ ਹੈ। ਕਿਸੇ ਹੀ ਮਾਨ ਕਿਸੇ ਅਪਮਾਨ, ਉਹਨੂੰ ਹਰ ਥਾਂ ਅਪਮਾਨ, ਹਰ ਥਾਂ ਇਨਸਲਟ ਝੱਲਣੀ ਪੈ ਰਹੀ ਹੈ। ਜਿੱਥੇ ਕਿਤੇ ਵੀ ਜਾਂਦਾ ਹੈ ਅਪਮਾਨ ਹੁੰਦਾ ਹੈ, ਜਿੱਥੇ ਕਿਤੇ ਵੀ ਜਾਂਦਾ ਹੈ ਨਿਰਾਦਰੀ ਹੁੰਦੀ ਹੈ। ਕਿਸ ਹੀ ਮਾਨ ਕਿਸੇ ਅਪਮਾਨ, ਢਾਹੇ ਉਸਾਰੇ ਧਰੇ ਧਿਆਨ। ਸਤਿਗੁਰੂ ਕਹਿੰਦੇ ਉਹ ਇਹ ਬੰਦਾ ਦੇਖੋ ਕੀ ਕਰਦਾ ਹੈ, ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰਾਂ ਨੂੰ ਉਸਾਰਦਾ ਹੈ, ਉਹਨਾਂ ਨੂੰ ਢਾਉਂਦਾ ਹੈ। ਸਾਡੇ ਮਨ ਵਿੱਚ ਬੜੇ ਵਿਚਾਰ ਚੱਲਦੇ ਰਹਿੰਦੇ ਨੇ। ਇੱਥੇ ਬੈਠਿਆਂ ਬੈਠੇ ਪਤਾ ਨਹੀਂ ਕਿੰਨੇ ਕੁ ਅਸੀਂ ਖਿਆਲੀ ਮਹਿਲ ਬਣਾਏ ਤੇ ਢਾਹ ਲਏ, ਧਿਆਨ ਵਿੱਚ ਹੀ, ਆਪਣੇ ਹੀ ਮਨ ਵਿੱਚ। ਢਾਹੇ ਉਸਾਰੇ ਧਰੇ ਧਿਆਨ। ਬੰਦਾ ਧਿਆਨ ਵਿੱਚ ਬੜਾ ਕੁਝ ਉਸਾਰਦਾ ਹੈ, ਬੜਾ ਕੁਝ ਢਾਹ ਲੈਂਦਾ ਹੈ। ਬੜਾ ਕੁਝ ਲੋਕਾਂ ਨੇ ਸੋਚ ਲਿਆ ਹੋਣਾ ਕਿ ਇਸ ਸਾਲ ਫਲਾਣਾ ਕੰਮ ਕਰਨਾ ਹੈ, ਇਸ ਸਾਲ ਫਲਾਣੀ ਥਾਂ ਫਲੈਟ ਲੈਣਾ ਹੈ, ਇਸ ਸਾਲ ਆਪਣੇ ਬੱਚੇ ਨੂੰ ਕੈਨੇਡਾ ਭੇਜ ਕੇ ਰਹਿਣਾ ਹੈ, ਦੁਬਾਰਾ ਲੋਕਡਾਊਨ ਨਾ ਹੋ ਜਾਏ, ਪਹਿਲੋਂ ਭੇਜ ਲੈਣਾ। ਕਈ ਤਰ੍ਹਾਂ ਦੀਆਂ ਵਿਚਾਰਾਂ, ਕਈ ਤਰ੍ਹਾਂ ਦੇ ਖਿਆਲ ਬਣਾ ਕੇ ਬੰਦਾ ਬੈਠਾ ਹੋਇਆ ਹੈ। ਸਤਿਗੁਰੂ ਕਹਿੰਦੇ ਬੜੇ ਖਿਆਲ ਮਹਿਲ ਉਸਾਰਦਾ ਹੈ ਤੇ ਢਾਉਂਦਾ ਹੈ ਮਨ ਹੀ ਮਨ ਵਿੱਚ। ਕਦੇ ਕਹਿੰਦਾ ਇਹ ਕਰਨਾ ਹੈ, ਕਦੇ ਕਹਿੰਦਾ ਉਹ ਨਹੀਂ ਕਰਨਾ, ਫਲਾਣੀ ਥਾਂ ਜਾਣਾ ਹੈ, ਫਲਾਣੀ ਥਾਂ ਨਹੀਂ ਜਾਣਾ, ਫਲਾਣੇ ਬੰਦੇ ਨੂੰ ਮਿਲਣਾ ਹੈ, ਫਲਾਣੇ ਨੂੰ ਨਹੀਂ ਮਿਲਣਾ, ਬੜਾ ਕੁਛ। ਤੁਝ ਤੇ ਵੱਡਾ ਨਾ ਹੀ ਕੋਈ, ਹੇ ਸੱਚੇ ਪਾਤਸ਼ਾਹ ਤੇਰੇ ਤੋਂ ਵੱਡਾ ਕੋਈ ਨਹੀਂ ਹੈ ਇੱਥੇ। ਬੇਸ਼ੱਕ ਕੋਈ ਜਿੱਡਾ ਵੱਡਾ ਮਰਜ਼ੀ ਰਾਜਾ ਹੋਵੇ, ਬੇਸ਼ੱਕ ਕੋਈ ਜਿੱਡਾ ਵੱਡਾ ਮਰਜ਼ੀ ਮੰਤਰੀ ਹੋਵੇ, ਬੇਸ਼ੱਕ ਕੋਈ ਵੀ ਹੋਵੇ, ਪਰ ਤੇਰੇ ਜੈਸਾ ਕੋਈ ਵੀ ਨਹੀਂ ਹੈ। ਤੇਰੇ ਅੱਗੇ ਸਭ ਬੌਨੇ ਨੇ, ਤੇਰੇ ਅੱਗੇ ਸਭ ਭਿਖਾਰੀ ਨੇ, ਤੇਰੇ ਸਾਹਮਣੇ ਕੋਈ ਹੈਸੀਅਤ ਨਹੀਂ ਕਿਸੇ ਦੀ। ਤੁਝ ਤੇ ਵੱਡਾ ਨਾ ਹੀ ਕੋਏ, ਕਿਸ ਵੇ ਖਾਲੀ ਚੰਗਾ ਹੋਏ। ਮੈਂ ਕਿਹਨੂੰ ਵਿਖਾਵਾਂ ਕਿ ਇਹ ਬੰਦਾ ਚੰਗਾ ਹੈ, ਇਹ ਤੇਰੇ ਜੈਸਾ ਹੈ? ਕਿਹਨੂੰ ਕਹਾਂ? ਕੋਈ ਹੈ ਹੀ ਨਹੀਂ ਐਸਾ। ਕਿਹਦੇ ਨਾਲ ਕੰਪੇਅਰ ਕਰਾਂਗੇ ਉਸਨੂੰ ਕਿਸੇ ਨਾਲ ਕੰਪੇਅਰ ਕਰ ਹੀ ਨਹੀਂ ਸਕਦੇ। ਉਸਨੂੰ ਦੱਸ ਹੀ ਨਹੀਂ ਸਕਦੇ ਕਿ ਉਹ ਫਲਾਣੇ ਵਰਗਾ ਹੈ। ਸਤਿਗੁਰੂ ਕਹਿੰਦੇ ਉਹ ਸਭ ਤੋਂ ਵੱਖਰਾ, ਕਿਉਂਕਿ ਉਹਦੇ ਤੋਂ ਵੱਡਾ ਕੋਈ ਹੈ ਹੀ ਨਹੀਂ, ਉਹਦੇ ਜੈਸਾ ਕੋਈ ਵੀ ਨਹੀਂ। ਉਹ ਸਭ ਤੋਂ ਉੱਤਮ, ਸਭ ਤੋਂ ਉੱਚਾ, ਸਭ ਤੋਂ ਵੱਡਾ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਮੈਂ ਤਾਂ ਨਾਮ ਤੇਰਾ ਆਧਾਰ, ਹੇ ਸੱਚੇ ਪਾਤਸ਼ਾਹ ਮੈਨੂੰ ਸਿਰਫ ਤੇ ਸਿਰਫ ਤੇਰਾ ਆਸਰਾ ਹੈ।
ਮੈਨੂੰ ਤਾਂ ਸਿਰਫ ਤੇਰੇ ਨਾਮ ਦਾ ਆਧਾਰ ਹੈ ਬਸ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ। ਤੂੰ ਹੀ ਸਭ ਚੀਜ਼ਾਂ ਦਾ ਦਾਤਾ ਮਾਲਕ ਹੈ, ਕਰਨਹਾਰ ਕਰਤਾਰ ਹੈ। तेरे बिना और कुछ भी नहीं है। रहा वाट ना पावो विंगा जावो। सतगुरु कहते ये जड़ा मन है ना, ये राह नहीं पकड़ता, सही मार्ग नहीं पकड़ता, हमेशा विंगे पासे नूं चलदा है, हमेशा विंगा होके चलदा है, गलत राह ते तुरदा है। वाट ना पावो विंगा जाओ, राह नहीं इनू नजर आउंदा। जिमें बच्चा है वो सीधे रस्ते दे उत्ते भी वो इधर उधर शरारतां करदा, इधर उधर कुछ ना कुछ छेड़खानी करदा जांदा है। तुसीं उहनूं रोकदे भी हो, नहीं टलदा। मन की हालत बिल्कुल ऐसी है कि मन सीधे राह ते भी पुट्ठा होके तुरदा है। इधर उधर ध्यान, कौन आ रहा है कौन जा रहा है, दुलत्ते मारदा तुरिया जांदा है। सतगुरु कहते वाट ना पावो विंगा जावो, विंगा होके तुरदा है। फिर इस तरह दरगाह बैसन ना ही थाओ, फिर रब दी दरगाह विच थां नहीं जे मिलदा। इवें मन की चंचलता करके, इवें मन की पुट्ठी चाल करके वाहिगुरू दे दर टिकाणा नहीं मिलता है, परमेश्वर दे दर थां नहीं मिलता है। मन का अंधुला माया का बंद। जिहड़ा मन दा अन्ना है वो माया दे बंधन विच पिया ही रहिंदा है, उहदा माया दा बंधन नहीं टुटदा। जिहड़ा मन दा अन्ना है, सतगुरु कहंदे इत्थे मन दे अन्ने बहुत ने। अखां करके ते कोई विरला विरला बंदा अन्ना हुंदा है, पर मन दे अन्ने बड़े ने इस दुनिया दे विच, जिन्हां कोल अखां ते हैगियां पर फिर भी वो खूह विच डिगदे ने। सतगुरु कहंदे बिल्कुल ऐसी हालत है कि हत्थ विच दीवा हुंदा है फिर भी खूह विच डिग पैंदा है। मन जानत सब बात, जानत ही औगन करे, काहे की कुसलात हाथ दीप कुएं पर है। कि हत्थ विच दीवा है पर फिर भी खूह विच डिगदा है। तुसीं देखना कदे अन्ना आदमी वो कदे ठोकर नहीं खांदा। मैं कई ऐसे सूरमे ਸਿੰਘਾਂ ਨੂੰ ਜਾਣਦਾ कि वो कदे ठोकर नहीं खांदे। वो रोटी भी खाणगे तो दाल सब्जी का एक भी तिनका थल्ले डुल्लण नहीं दिंदे। उन्हां नूं किहड़ा दिखाई दिंदा है। पर दूसरी तरफ दूसरे पासे वो बंदा जिहदे कोल अखां हैगियां, जिन्हों दिखाई दिंदा है, वो रोटी भी खांदा है तो बहुता बारी खलारा पाउंदा है, इधर उधर आले दुआले थाली सारी भर लैंदा है तो दाड़ा तक लवेड़ लैंदा है। इंज लगदा है कि जिवें ये बंदा अन्ना होवे ते जिहड़ा अन्ना है ते वो अन्ना ना होवे। सतगुरु कहते मन दे अन्ने ने लोग, देखण अते जानण दे बावजूद फिर भी ठोकरां खांदे ने। मन का अंधा माया का बंद, खीन खराब होवे नित कंध। सतगुरु कहते मन दा अन्ना माया दे विच उलझिया रहिंदा है ते फिर माया दे विच फसिया होण कारण खीन खराब। ये मन शरीर नूं भी खराब करदा है, शरीर नूं भी नुकसान पहुंचाउंदा है। क्योंकि मन दियां वासना करके दुख तां शरीर नूं भोगना पैंदा ना। क्रोध मन नूं आया ते मन दे क्रोध करके शरीर ने कुछ हरकत की, किसी नूं कुछ मंदा बोलिया, गाल कढ़ दित्ती, ते उहदा नतीजा किहनूं भोगना पिया? शरीर नूं। सजा किहनूं भोगनी? गुस्से विच आके किसी नूं कतल कर दिता। गुस्सा ते थोड़ी देर बाद शांत हो गया,
पर उस कतल कीते दी सज़ा शरीर नूं भुगतनी पई। इसलिए बहुती बेरां ये वेख्या गया, मनोविग्यानकां ने ऐसियां कई जेलों का अध्ययन किया तो उन्होंने ये जानिया कि उत्थे मौजूद कैदी वो बड़ा पछता रहे ने कि थोड़ी देर गुस्से दे विच पाप कर बैठे, गुस्से विच किसी नूं कतल कर बैठे, पर हुण पछतावा हो रहा है कि जरा जा गुस्सा सी, जरा जा झगड़ा सी, जे थोड़ी देर चुप कर जांदे तां गल होर हो जानी सी। इसलिए जरा जा गुस्सा, जरा जा झगड़ा वो सारी जिंदगी दी मुसीबत बन गया। दुख किहनूं भोगना पै रहा? शरीर नूं। मन दा तमाशा शरीर वास्ते दुख बन गया। इसलिए सतगुरु कहंदे खीन खराब होवे नित कंध। आ शरीर रूपी कंध मन की वजह करके बहुती वेरां खराब हो जाती है। मन की वजह करके ये शरीर जर्जर हो जाता है। खीन खराब होवे नित कंध, खाना खान जीवन की बहुती आस। सतगुरु कहंदे बंदा खाण पीण की बहुती लंबी आस ला के बैठा है। खाण पीण की आस जीवन दे विच जरा गौर नाल देखो तो असीं खाण पीण तो इलावा साडे जीवन विच कुछ है? जदों किते मित्र सज्जण इकट्ठे हुंदे आ, खाण की गल चलदी है, खाना पीना बस। सवेरे खा लिया, हुण दोपहरे खाना है, दोपहरे खा लिया, फिर शाम की फिक्र है, शाम नूं फिर सवेर की फिर फिक्र लगी हुई है। साडे जीवन में खाण पीण ही है, बस खाना पीना, बस यही कुछ। सतगुरु कहंदे इन्हां चीज़ां विच ही बंदा उलझिया होया। इसलिए जीवन का बहुता हिस्सा खाण विच ही गुजर जाता है। खाण जीवन की बहुती आस, लेखै तेरै सास गिरास। सतगुरु कहंदे आ जिहड़े साह लैंदा ना, ये भी लेखे विच ने, इन्हां दा भी हिसाब देना पैंदा है कि जिहड़े साह असीं लै रहे हां, इस इन्हां साहां दा इस्तेमाल कित्थे कर रहे हैं, इन्हां साहां नूं कित्थे वरत रहे हैं? माया दी खातर, माया इकट्ठी करन लई, होर चीज़ां दे विच। सतगुरु कहंदे माया दे विच बंदा उलझिया ते अपनी सवासां दी पूंजी नूं उधर ही ला के बर्बाद करदा जांदा है। इधर उधर दीयां गल्लां विच 2-2 घंटे लोग गल्लां विच खराब कर दिंदे ने। सतगुरु कहंदे वो जिहड़े 2 घंटे गल्लां विच खराब कीते, किन्ने साह लए उन्हां विच, वो बर्बाद गए। इसलिए सतगुरु कहंदे इन्हां सारियां दा लेखा होवेगा, हिसाब होवेगा। लेखै तेरै सास गिरास, अहनिस अंधले दीपक दे। हे वाहिगुरू किरपा कर कि अन्ने बंदे नूं, जिहड़ा मन दा अंधा है, उहनूं किरपा करके चानण बख्श। अहनिस अंधले दीपक दे, मैनू अन्ने नूं, माया विच अन्ने होए नूं चानण बख्श, रोशनी दे, दिन रात दा चानण। अहनिस, क्योंकि असी दिन रात दे अन्ने आ, माया विच उलझे रहंदे आ हर वेले, दिने ते राते। भौजल डूबत चिंत करे, भव सागर विच डुबदे जा रहे हैं ते इहदी चिंता है कि इहदे विच ही उलझ के जीवन बर्बाद हो जाना है। कह सुने जो माने नाओ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਕਹਿੰਦੇ ਨੇ, ਸੁਣਦੇ ਨੇ ਅਤੇ ਮੰਨਦੇ ਨੇ। ਹਉ ਬਲਿਹਾਰ ਹੈ ਤਾਂ ਕਿ ਨਾ। ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਵਾ, ਮੈਂ ਉਹਨਾਂ ਤੋਂ ਸਦਕੇ ਜਾਵਾਂ। ਨਾਨਕ ਏਕ ਕਹਿ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਨਾਨਕ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਕਿ ਇਹ ਸਰੀਰ, ਇਹ ਜਿੰਦ ਸਭ ਤੇਰਾ ਹੈ। इस शरीर का, इस जिंद का मालक तू है। तेरे चरणों के विच अरदास है, कृपा करके अपने चरणों नाल जोड़। जां तू दे जपी तेरा नाम, जे तू कृपा करें, जदों तू रहमत करदा है तां तेरा नाम जपना नसीब हुंदा है। जां तू दे जपी तेरा नाम, दरगाह वैसण होवे थाओ।
ਤਾਂ ਦਰਗਾਹ ਵਿੱਚ ਥਾਂ ਮਿਲਦਾ ਹੈ ਜਦੋਂ ਤੂੰ ਆਪਣਾ ਨਾਮ ਕਿਰਪਾ ਕਰਕੇ ਦੇਂਦਾ ਹੈ। ਜਾਂ ਤੁਧ ਭਾਵੈ ਤਾਂ ਦੁਰਮਤ ਜਾਏ, ਜਦੋਂ ਤੈਨੂੰ ਭਾਉਂਦਾ ਤੈਨੂੰ ਚੰਗਾ ਲੱਗਦਾ ਤਾਂ ਬੰਦੇ ਦੀ ਦੁਰਮਤ ਭੈੜੀ ਮੱਤ ਦੂਰ ਹੋ ਜਾਂਦੀ। ਕਿਆ ਗਿਆਨ ਰਤਨ ਮਨ ਵਸਿਆ ਆਏ, ਜਦੋਂ ਦੁਰਮਤ ਦੂਰ ਹੋ ਗਈ ਤਾਂ ਗਿਆਨ ਦਾ ਰਤਨ ਮਨ ਵਿੱਚ ਆ ਵਸਿਆ, ਗਿਆਨ ਹਾਸਲ ਹੋ ਗਿਆ। ਨਦਰ ਕਰੇ ਤਾਂ ਸਤਿਗੁਰ ਮਿਲੈ, ਪ੍ਰਣਵਤ ਨਾਨਕ ਭਵ ਜਲ ਤਰੈ, ਜਦੋਂ ਉਸ ਵਾਹਿਗੁਰੂ ਦੀ ਨਦਰ ਹੁੰਦੀ ਹੈ ਤਾਂ ਗੁਰੂ ਨਾਲ ਮਿਲਾਪ ਹੁੰਦਾ ਹੈ ਤੇ ਗੁਰੂ ਕਿਰਪਾ ਕਰਕੇ ਬੰਦੇ ਨੂੰ ਇਸ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ। ਗੁਰੂ ਸਾਨੂੰ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਾ ਦਿੰਦਾ ਹੈ, ਸੰਸਾਰ ਦੇ ਝਮੇਲਿਆਂ ਵਿੱਚੋਂ, ਮਾਇਆ ਦੇ ਬੰਧਨਾਂ ਵਿੱਚੋਂ, ਜਿੱਥੇ ਵੀ ਸਾਡਾ ਮਨ ਪਦਾਰਥਾਂ ਵਿੱਚ ਲੱਗਾ ਹੈ, ਪਦਾਰਥਾਂ ਦੇ ਆਸਰੇ, ਚੀਜ਼ਾਂ ਦੇ ਆਸਰੇ ਅਸੀਂ ਉਲਝੇ ਹੋਏ ਹਾਂ, ਗੁਰੂ ਇਹਨਾਂ ਵਿੱਚੋਂ ਹਟਾ ਕੇ ਸਾਨੂੰ ਵਾਹਿਗੁਰੂ ਦਾ ਆਸਰਾ ਬਖਸ਼ਦਾ ਹੈ। ਉਹ ਪਰਮੇਸ਼ਰ ਦਾ ਲੜ ਫੜਾਉਂਦਾ ਹੈ ਸਾਨੂੰ, ਉਹਦੇ ਆਸਰੇ ਅਸੀਂ ਆਪਣਾ ਜੀਵਨ ਆਨੰਦ ਤੇ ਸੁੱਖ ਨਾਲ ਭੋਗਦੇ ਹਾਂ। ਸਤਿਗੁਰੂ ਰਹਿਮਤ ਕਰੇ, ਉਹ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੇ, ਗੁਰੂ ਕਿਰਪਾ ਕਰਕੇ ਉਹਦੇ ਲੜ ਸਾਨੂੰ ਲਾ ਦੇਵੇ। ਹੋਈਆਂ ਬੇਅੰਤ ਭੁੱਲਾਂ ਲਿਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ, ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।